ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਨ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਉ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਾਮ ਓੰਕਾਰ ਜੋਰੇ ਨਾਮ ਓੰਕਾਰ ਜੋਰੇ ਸ੍ਰੀ ਹਰਿ ਕ੍ਰਿਸ਼ਨ ਨਾਮ ਬਹਾਰੇ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਾਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ ਏਕ ਓੰਕਾਰਾ ਸਤਿਗੁਰੂ ਜੇ ਪ੍ਰਸਾਦ ਸਚ ਹੋਏ
ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ ਪਾਰੋ ਇੱਕ ਦਿਨ ਆਵਣ ਲੱਗਾ, ਗੁਰ ਦਰਸ਼ਨ ਕੋ ਮਨ ਅਨੁਰਾਗਾ। ਕਹਿ ਲਾਲੋ ਗੁਰ ਕੇ ਟਿਕ ਜਾਵੋ, ਮੋਕੋ ਪੀ ਦਰਸ਼ਨ ਕਰਵਾਓ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜ਼ਾਹਰਾ ਜ਼ਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਰੋ ਇੱਕ ਦਿਨ ਆਵਣ ਲੱਗਾ, ਗੁਰ ਦਰਸ਼ਨ ਕੋ ਮਨ ਅਨੁਰਾਗਾ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਭਾਈ ਪਾਰੋ ਜੁਲਕਾ ਜੀ ਜਿਹੜਾ ਇੱਕ ਨਵਾਬ ਨੂੰ ਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਲੈ ਕੇ ਗਿਆ ਔਰ ਸਤਿਗੁਰੂ ਜੀ ਨੇ ਨਵਾਬ ਤੇ ਕਿਰਪਾ ਕੀਤੀ, ਸਿੱਖੇ ਦੀ ਦਾਤ ਬਖਸ਼ੀ। ਭਾਈ ਪਾਰੋ ਜੁਲਕਾ ਜੀ ਪਰਮਹੰਸ ਉਹ 2-4 ਦਿਨ ਘਰ ਵਿੱਚ ਰੁਕਦੇ ਸਨ ਔਰ ਫਿਰ ਗੋਬਿੰਦਵਾਲ ਸਾਹਿਬ ਜਾ ਕੇ ਬਹੁਤਾ ਸਮਾਂ ਗੁਰੂ ਸਾਹਿਬ ਦੇ ਚਰਨਾਂ 'ਚ ਰਹਿੰਦੇ ਸਨ। ਭਾਈ ਪਾਰੋ ਜੁਲਕਾ ਜਿਨ੍ਹਾਂ ਦਾ ਪਿੰਡ ਡੱਲਾ ਹੈ ਔਰ ਡੱਲੇ ਦਾ ਰਹਿਣ ਵਾਲਾ ਭਾਈ ਲਾਲੂ ਜੀ ਹੈ, ਜਿਹੜਾ ਭਾਈ ਪਾਰੋ ਜੁਲਕਾ ਦੀ ਬਹੁਤ ਸਮੇਂ ਤੋਂ ਸੰਗਤ ਕਰਦਾ ਸੀ, ਗੁਰਬਾਣੀ ਦੀ ਵਿਚਾਰ ਵੀ ਕਰਦਾ ਸੀ, ਪੜ੍ਹਦਾ ਵੀ ਸੀ। ਅੰਦਰੋਂ ਗੁਰੂ ਸਾਹਿਬ ਜੀ ਨਾਲ ਭਾਵੇਂ ਜੁੜਿਆ ਹੋਇਆ ਸੀ ਪਰ ਦਰਸ਼ਨ ਨਹੀਂ ਸਨ ਹਜੇ ਤੱਕ ਕੀਤੇ। ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਪਾਰੋ ਇੱਕ ਦਿਨ ਆਵਣ ਲੱਗਾ, ਗੁਰ ਦਰਸ਼ਨ ਕੋ ਮਨ ਅਨੁਰਾਗਾ। ਭਾਈ ਪਾਰੋ ਜੀ ਆਪਣੇ ਪਿੰਡ ਡੱਲੇ ਤੋਂ ਗੋਬਿੰਦਵਾਲ ਸਾਹਿਬ ਆਉਣ ਲੱਗਿਆ ਹੈ ਕਿ ਸਤਿਗੁਰੂ ਜੀ ਜਾ ਕੇ ਦਰਸ਼ਨ ਕਰਾਂਗਾ, ਉੱਥੇ ਰਹਿ ਕੇ ਸੇਵਾ ਕਰਾਂਗਾ। ਕਹਿ ਨਾਲੋ ਗੁਰ ਕੇ ਟਿਕ ਜਾਵੋ, ਮੋਕੋ ਪੀ ਦਰਸ਼ਨ ਕਰਵਾਓ। ਭਾਈ ਲਾਲੋ ਨੂੰ ਪਤਾ ਲੱਗਿਆ ਤੇ ਭਾਈ ਲਾਲੋ ਭਾਈ ਪਾਰੋ ਜੀ ਨਹੀਂ ਕਹਿੰਦੇ ਨੇ ਕਿ ਪਾਰੋ ਜੀ ਪਰਮਹੰਸ ਜੀ ਤੁਸੀਂ ਗੁਰੂ ਸਾਹਿਬ ਦੇ ਕੋਲ ਚੱਲੇ ਹੋ। ਤੇ ਭਾਈ ਪਾਰੋ ਜੀ ਕਹਿੰਦੇ ਨੇ ਹਾਂ ਜੀ, ਸਤਿਗੁਰੂ ਦੇ ਚਰਨਾਂ ਵਿੱਚ ਚੱਲੇ। ਭਾਈ ਲਾਲੋ ਜੀ ਕਹਿੰਦੇ ਨੇ ਫਿਰ ਮੇਰੇ ਤੇ ਵੀ ਕਿਰਪਾ ਕਰੋ ਕਿ ਜੇ ਚੱਲੇ ਹੋ ਤਾਂ ਮੈਨੂੰ ਵੀ ਗੁਰੂ ਸਾਹਿਬ ਦੇ ਦਰਸ਼ਨ ਕਰਵਾਓ, ਨਾਲ ਲੈ ਕੇ ਜਾਓ। ਤੁਵ ਕਰਣਾ ਤੇ ਭਵ ਕੋ ਤਰੋ, ਜਨਮ ਮਰਨ ਤੇ ਮਨ ਮਹਿ ਡਰੋ। ਭਾਈ ਲਾਲੋ ਜੀ ਕਹਿੰਦੇ ਨੇ ਕਿ ਪਾਰੋ ਜੁਲਕਾ ਜੀ ਤੁਹਾਡੀ ਕਿਰਪਾ ਨਾਲ ਮੇਰਾ ਵੀ ਪਾਰ ਉਤਾਰ ਹੋ ਜਾਏਗਾ। ਜਨਮ ਮਰਨ ਦਾ ਬੜਾ ਵੱਡਾ ਦੁੱਖ ਹੈ ਔਰ ਇਸ ਡਰ ਤੋਂ ਮੈਂ ਵੀ ਡਰਨਾ ਹੈ, ਜਨਮ ਮਰਨ ਤੋਂ ਮੈਂ ਵੀ ਡਰਦਾ। ਸ਼ਰਨ ਪਰਿਓ ਗੁਰ ਕੀ ਅਬ ਚਾਹੂੰ, ਹਿਰਦੇ ਸੰਦੇਹਣ ਸਭ ਕੋ ਤਾਹੂੰ। ਭਾਵੇਂ ਤੁਹਾਡੀ ਸੰਗਤ ਕਰਕੇ ਗੁਰੂ ਦੀ ਬਾਣੀ ਪੜ੍ਹ ਕੇ ਬੜਾ ਆਨੰਦ ਆਉਂਦਾ ਹੈ ਪਰ ਗੁਰੂ ਸਾਹਿਬ ਦੇ ਦਰਸ਼ਨ ਨਹੀਂ ਕੀਤੇ, ਜਿਹੜੀ ਉਸ ਵੇਲੇ ਦੀ ਮਰਿਆਦਾ ਸੀ। ਚਰਨ ਪਹੁਲ ਨਹੀਂ ਲਈ, ਗੁਰੂ ਦੇ ਸ਼ਰਨ ਵਿੱਚ ਨਹੀਂ ਪਿਆ, ਗੁਰੂ ਨੂੰ ਧਾਰਨ ਨਹੀਂ ਕੀਤਾ। ਇਸ ਕਰਕੇ ਮਨ ਵਿੱਚ ਬਹੁਤ ਸਾਰੇ ਸ਼ੰਕੇ ਨੇ, ਗੁਰੂ ਦੀ ਸ਼ਰਨ ਪੈ ਕੇ ਸਾਰੇ ਸ਼ੰਕਿਆਂ ਨੂੰ ਅੰਦਰੋਂ ਸਾੜਦੇ ਕੱਢਦੇ।
ਸਿੱਖ ਗੁਰਮੁਖ ਹੋਵਤ ਉਪਕਾਰੀ, ਤੂੰ ਪਰ ਸਤਿਗੁਰ ਕਰਨਾ ਧਾਰੀ। ਭਾਈ ਲਾਲੋ ਜੀ ਜਿਵੇਂ ਨਿਆਣੇ ਤਰਲੇ ਕੱਢਦੇ ਨੇ ਨਾ ਕਿ ਮੈਂ ਵੀ ਜਾਵਾਂਗਾ, ਮੈਂ ਵੀ ਜਾਵਾਂਗਾ, ਕਿ ਮੈਨੂੰ ਲੈ ਕੇ ਜਾਇਓ। ਔਰ ਤੁਸੀਂ ਗੁਰੂ ਕੇ ਸਿੱਖ ਜਿਹੜੇ ਨੂੰ ਤਾਂ ਸਾਰੇ ਪਰਉਪਕਾਰੀ ਹੁੰਦੇ ਨੇ, ਦੂਜਿਆਂ ਦਾ ਭਲਾ ਕਰਦੇ ਨੇ, ਔਰ ਤੁਹਾਡੇ 'ਤੇ ਗੁਰੂ ਸਾਹਿਬ ਜੀ ਦੀ ਵਿਸ਼ੇਸ਼ ਕਿਰਪਾ ਹੈ। ਇਸ ਕਰਕੇ ਤੁਸੀਂ ਕਿਰਪਾ ਮੇਰੇ 'ਤੇ ਕਰੋ, ਮੈਨੂੰ ਨਾਲ ਲੈ ਕੇ ਜਾਇਓ। ਬਦਿਓ ਪ੍ਰੇਮ ਲਾਲੂ ਕੋ ਪਲ ਮੈਂ, ਪੁਲਕਿਓ ਤਨ ਲੋਚਨ ਜਲ ਗਲ ਮੈਂ। ਭਾਵੇਂ ਗੁਰੂ ਗੁਰੂ ਭਾਈ ਲਾਲੋ ਜੀ ਪਹਿਲੋਂ ਵੀ ਜਪਦੇ ਸਨ, ਸ਼ਬਦ ਦੇ ਵਿਚਾਰ ਪਹਿਲੋਂ ਵੀ ਕਰਦੇ ਸਨ, ਪਰ ਅੱਜ ਜਦੋਂ ਭਾਈ ਪਾਰੋ ਜੁਲਕਾ ਜਦੋਂ ਇੱਕ ਵਾਰੀ ਸੁਣਿਆ ਕਿ ਮੈਂ ਗੁਰੂ ਸਾਹਿਬ ਦੇ ਦਰਸ਼ਨਾਂ ਲਈ ਚੱਲਿਆ, ਤਾਂ ਉਸੇ ਵੇਲੇ ਅੰਦਰ ਇੰਨਾ ਕੁ ਪ੍ਰੇਮ ਭਰਿਆ ਕਿ ਜਲ ਜਿਹੜਾ ਹੈ ਅੱਖਾਂ ਦੇ ਵਿੱਚੋਂ ਉਹ ਇਸ ਤਰ੍ਹਾਂ ਚੱਲਦਾ ਜਿਵੇਂ ਕੋਈ ਫੁਹਾਰਾ ਛੁੱਟ ਗਿਆ ਹੋਵੇ। ਅੱਖਾਂ ਦੇ ਵਿੱਚ ਜਲ ਹੈ, ਗਲਾ ਜਿਹੜਾ ਭਰਿਆ ਹੋਇਆ ਕਿ ਜੇ ਚੱਲਿਓ ਤਾਂ ਮੈਨੂੰ ਲੈ ਕੇ ਜਾਏ। ਚਰਨ ਬੰਦਨਾ ਕਰੇ ਅਗਾਰੀ, ਭਇਓ ਦੇਰ ਦਰਸ਼ਕੋ ਭਾਰੀ। ਭਾਈ ਲਾਲੋ ਜੀ ਤੇ ਭਾਈ ਪਾਰੋ ਜੀ ਦੇ ਪੈਰਾਂ ਦੇ ਵਿੱਚ, ਚਰਨਾਂ ਦੇ ਵਿੱਚ ਹੀ ਡਿੱਗ ਪਏ। ਚਰਨ ਘੁੱਟ ਕੇ ਫੜਦੇ ਔਰ ਬੇਨਤੀ ਕੀਤੀ ਕਿ ਦਰਸ਼ਨਾਂ ਵਾਸਤੇ ਚੱਲੇ ਹੋ ਤੇ ਮੈਂ ਦਰਸ਼ਨਾਂ ਤੋਂ ਬੜਾ ਬੇਚੈਨ ਹਾਂ, ਮੈਨੂੰ ਲੈ ਕੇ ਜਾਇਓ। ਪਾਰੋ ਨੇ ਲਾਲੂ ਸੰਗ ਲੀਨੋ, ਗੋਬਿੰਦਵਾਲ ਚਲਣ ਕੋ ਕੀਨੋ। ਭਾਈ ਪਾਰੋ ਜੀ ਨੇ ਲਾਲੋ ਜੀ ਨੂੰ ਚੁੱਕਿਆ ਤੇ ਕਹਿੰਦੇ ਭਾਈ ਗੁਰੂ ਦੇ ਦਰਸ਼ਨਾਂ ਵਾਸਤੇ ਤਾਂ ਜਿੰਨੀ ਸੰਗਤ ਜਾਏ, ਮੈਂ ਕਿਹੜਾ ਚੁੱਕ ਕੇ ਲੈ ਜਾਣੀ। ਭਾਈ ਤੂੰ ਵੀ ਚੱਲ, ਹੋਰ ਕੋਈ ਜਾਣਾ ਚਾਹੁੰਦਾ ਉਹ ਵੀ ਚੱਲੇ, ਭਲਾ ਮੇਰਾ ਵੀ ਹੈ ਤੁਹਾਡਾ ਵੀ ਹੈ। ਭਾਈ ਗੁਰੂ ਦੇ ਦਰਸ਼ਨਾਂ ਵਿੱਚ ਜਾਣਾ ਤੇ ਚੱਲ ਮੇਰੇ ਨਾਲ ਚੱਲ। ਭਾਈ ਲਾਲੋ ਨੂੰ ਨਾਲ ਲਿਆ ਔਰ ਗੋਬਿੰਦਵਾਲ ਸਾਹਿਬ ਵਾਲੇ ਪਾਸੇ ਨੂੰ ਚੱਲ ਪਏ। ਗੁਰ ਦਰਬਾਰ ਜਾਏ ਰਜ ਲਾਈ, ਮਸਤਕ ਮੁਖ ਸਗਰੇ ਤਨ ਮਾਹੀ। ਜਦੋਂ ਗੁਰੂ ਘਰ ਦੇ ਵਿੱਚ ਪਹੁੰਚੇ, ਉਸ ਗੁਰੂ ਘਰ ਦੇ ਦਹਲੀਜ਼ ਦੇ ਵਿੱਚੋਂ ਭਾਈ ਲਾਲੋ ਨੇ ਗੁਰ ਦਰਬਾਰ ਜਾਏ ਰਜ ਲਾਈ, ਥੱਲਿਓਂ ਮਿੱਟੀ ਚੁੱਕੀ, ਧੂੜ ਚੁੱਕੀ, ਉਹ ਧੂੜ ਨੂੰ ਆਪਣੇ ਮੱਥੇ 'ਤੇ ਲਾਇਆ, ਪੂਰੇ ਮੂੰਹ 'ਤੇ ਮਲ ਲਿਆ। ਬੜੀ ਸ਼ਰਧਾ ਅੰਦਰ ਵਧੀ। ਪੁਨ ਲੰਗਰ ਮਹਿ ਕਰਿਓ ਆਹਾਰਾ, ਭਇਓ ਪੁਨੀਤ ਪਰਮ ਸੁਖ ਧਾਰਾ। ਪ੍ਰੇਮ ਦੇ ਨਾਲ ਫਿਰ ਜਿਹੜੀ ਗੁਰੂ ਘਰ ਦੀ ਮਰਿਆਦਾ ਸੀ, ਪਹਿਲੋਂ ਲੰਗਰ ਪੰਗਤ ਵਿੱਚ ਬੈਠ ਕੇ ਭਾਈ ਲਾਲੋ ਤੇ ਭਾਈ ਪਾਰੋ ਜੀ ਨੇ ਦੋਵਾਂ ਨੇ ਲੰਗਰ ਛਕਿਆ। ਲੰਗਰ ਛਕ ਕੇ ਅੰਦਰ ਭਾਈ ਲਾਲੋ ਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੇਰਾ ਸਾਰਾ ਅੰਦਰ ਪਵਿੱਤਰ ਹੋ ਗਿਆ ਹੈ, ਪੁਨੀਤ ਹੋ ਗਿਆ ਹੈ। ਅੰਤਰ ਜਾਏ ਗੁਰੂ ਕੋ ਹੇਰਾ, ਪਦ ਅਰਬਿੰਦ ਬੰਦ ਤਿਸ ਬੇਰਾ। ਅੰਦਰ ਜਾ ਕੇ ਧੰਨ ਗੁਰੂ ਅਮਰਦਾਸ ਜੀ ਦੇ ਦਰਸ਼ਨ ਕੀਤੇ, ਪਹਿਲੀ ਵਾਰ ਦਰਸ਼ਨ ਕੀਤੇ ਸਨ। ਚਰਨਾਂ ਦੇ ਉੱਤੇ ਸਿਰ ਰੱਖ ਕੇ ਭਾਈ ਲਾਲੋ ਜੀ ਨੇ ਸਿਰ ਚੁੱਕੀ। ਚਰਨ ਜਿਹੜੇ ਨੇ ਅੱਖਾਂ ਦੇ ਨੇਰ ਦੇ ਨਾਲ ਧੋ ਦਿੱਤੇ। ਪੁੱਟ ਲੋਚਣ ਤੇ ਅੰਮ੍ਰਿਤ ਰੂਪ, ਪਾਣ ਕਰਤ ਤ੍ਰਿਪਤੈ ਨਾ ਅਨੂਪ। ਜਦੋਂ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਉੱਠਣ ਲਈ ਕਿਹਾ ਕਿ ਭਾਈ ਉੱਠ ਕੇ ਬੈਠੋ। ਭਾਈ ਲਾਲੋ ਜੀ ਜਿਹੜੇ ਗੁਰੂ ਸਾਹਿਬ ਦੇ ਦਰਸ਼ਨ ਇਸ ਤਰ੍ਹਾਂ ਕਰ ਰਹੇ ਹੈ ਜਿਵੇਂ ਅੱਖਾਂ ਡੂਣੇ ਬਣ ਗਈਆਂ ਹੋਣ। ਔਰ ਡੂਣੇ ਸ਼ਬਦ ਆਪ ਜੀ ਤੇ ਸਮਝਦੇ ਹੋ ਕਿ ਪਹਿਲੋਂ ਪੱਤਿਆਂ ਦੇ ਬਣਾਏ ਜਾਂਦੇ ਸਨ, ਕਟੋਰੀ ਸ਼ਬਦ ਵਰਤ ਗਈ ਕਿ ਅੱਖਾਂ ਦੇ ਡੂਣੇ, ਅੱਖਾਂ ਦੇ ਕਟੋਰੇ ਬਣਾ ਕੇ ਗੁਰੂ ਸਾਹਿਬ ਦੇ ਦਰਸ਼ਨਾਂ ਰੂਪੀ ਅੰਮ੍ਰਿਤ ਨੂੰ ਭਾਈ ਲਾਲੋ ਜੀ ਛਕ ਰਿਹਾ ਹੈ, ਛਕ ਰਿਹਾ ਹੈ। ਔਰ ਇਹ ਅੱਖਾਂ ਰੂਪੀ ਡੂਣੇ ਭਰਦੇ ਹੀ ਕਿ ਵੇਖੀ ਜਾਵਾਂ। ਪਹਿਲੀ ਵਾਰੀ ਆ ਕੇ ਦੇਖਿਆ। ਬੋਲੇ ਸਹਿਜ ਸੁਭਾਏ ਕਿਰਪਾਲੂ, ਅਤ ਹਰ ਰੰਗ ਚਲੋ ਲਿਓ ਲਾਲੂ। ਸਤਿਗੁਰੂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਸਹਿਜ ਸੁਭਾਈ ਬੋਲਦੇ ਨੇ, ਅਤ ਹਰ ਰੰਗ ਚਲੂਲਿਓ ਲਾਲੂ। ਕਹਿੰਦੇ ਭਾਈ ਲਾਲੂ ਤੈਨੂੰ ਤਾਂ ਹਰੀ ਦਾ ਰੰਗ ਚੜ੍ਹਿਆ ਹੈ, ਲਾਲ ਰੰਗ ਚੜ੍ਹਿਆ ਹੈ, ਤੂੰ ਤਾਂ ਪਹਿਲੂ ਰੰਗ ਦੇ ਵਿੱਚ ਭਿੱਜਾ ਹੋਇਆ। ਕਿਉਂਕਿ ਬੰਦਗੀ ਪਹਿਲੂ ਕਰਦਾ ਸੀ, ਬਾਣੀ ਨੂੰ ਪਹਿਲੋਂ ਵਿਚਾਰਦਾ ਸੀ।
ਔਰ ਗੁਰੂ ਸਾਹਿਬ ਦੇ ਦਰਸ਼ਨ ਭਾਵੇਂ ਪਹਿਲੀ ਵਾਰੀ ਕੀਤੇ, ਅੱਜ ਗੁਰੂ ਸਾਹਿਬ ਨੇ ਪਹਿਲੀ ਵਾਰੀ ਨਿਹਾਲ ਕਰ ਦਿੱਤਾ। ਸੁਣਕਾਰ ਪਰਮ ਆਨੰਦ ਕਹੁ ਪਾਇਓ, ਨਿਸ ਦਿਨ ਧਿਆਨ ਗੁਰੂ ਕੋਹ ਲਾਇਓ। ਬਸ ਗੁਰੂ ਸਾਹਿਬ ਜੀ ਨੇ ਸਹਿਜ ਸੁਭਾਅ ਬਚਨ ਕਹੇ ਕਿ ਲਾਲੋ ਤੈਨੂੰ ਤੇ ਲਾਲ ਰੰਗ ਚੜ੍ਹ ਗਿਆ ਹੈ, ਤੈਨੂੰ ਤੇ ਨਾਮ ਦਾ ਰੰਗ ਚੜ੍ਹਿਆ ਹੈ। ਇਹ ਸੁਣਦਿਆਂ ਨਾਲ ਹੀ ਭਾਈ ਲਾਲੋ ਜੀ ਨੇ ਜਿਵੇਂ ਪਰਮ ਆਨੰਦ ਦੀ ਪ੍ਰਾਪਤੀ ਕਰ ਲਈ। ਬਸ ਉਸ ਵੇਲੇ ਤੋਂ ਲੈ ਕੇ ਦਿਨ ਰਾਤ ਜਿਹੜਾ ਧਿਆਨ ਹੈ, ਸੁਰਤ ਹੈ, ਉਹ ਗੁਰੂ ਚਰਨਾਂ ਦੇ ਵਿੱਚ ਹੀ ਜੁੜ ਗਈ। ਜਿਹੜਾ ਗੁਰੂ ਸਾਹਿਬ ਨੇ ਪਾਵਨ ਬਚਨ ਬਾਣੀ ਦੇ ਵਿੱਚ ਕਿਹਾ ਹੈ ਨਾ, ਬਸ ਉਵੇਂ ਦਾ ਜੀਵਨ ਬਣ ਗਿਆ ਕਿ ਉਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰ ਧਿਆਈਏ। ਸੁੱਤਿਆ ਪਿਆ ਵੀ ਸੁਰਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿੰਦੀ ਹੈ। ਕਰੁਣਾ ਕਰ ਲਾਲੂ ਕੇ ਭਾਲੂ, ਨਿਜ ਕਰ ਧਰਿਓ ਨਿਹਾਲ ਵਿਸਾਲੂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਰੁਣਾ ਕੀਤੀ, ਕਿਰਪਾ ਕੀਤੀ। ਕਰੁਣਾ ਕਰ ਲਾਲੂ ਕੇ ਭਾਲੂ, ਭਾਲੂ ਕਹਿੰਦੇ ਨੇ ਮੱਥਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਭਾਈ ਲਾਲੂ ਦੇ ਮੱਥੇ ਤੇ ਹੱਥ ਰੱਖਿਆ। ਜਦੋਂ ਗੁਰ ਹਾਥ ਧਰਿਓ ਮੇਰੇ ਮਾਥਾ, ਜਨਮ ਜਨਮ ਕੇ ਕਿਲਵਿਖ ਲਾਥੇ ਗੁਰ ਹਾਥ ਧਰਿਓ ਮੇਰੇ ਮਾਥਾ। ਬਸ ਮੱਥੇ ਤੇ ਹੱਥ ਹੀ ਰੱਖਿਆ ਸੀ। ਕਿਰਪਾ ਦੀ ਦ੍ਰਿਸ਼ਟੀ ਨਾਲ ਵੇਖਿਆ ਤੇ ਭਾਈ ਲਾਲੋ ਨੂੰ ਨਿਹਾਲ ਕਰ ਦਿੱਤਾ। ਭਾਈ ਲਾਲੋ ਨੂੰ ਜਿਵੇਂ ਤਿੰਨਾਂ ਲੋਕਾਂ ਦਾ ਗਿਆਨ ਹੋ ਗਿਆ, ਬ੍ਰਹਮ ਦਾ ਗਿਆਨ ਹੋ ਗਿਆ। ਮੱਥੇ ਤੇ ਹੱਥ ਰੱਖਿਆ, ਉਹ ਜਿਹਨੂੰ ਕਿਹਾ ਜਾਂਦਾ ਕਿ ਦਸਮ ਦਵਾਰ ਉਹ ਖੁੱਲ੍ਹ ਗਿਆ। ਦਿਨ ਪ੍ਰਤ ਸਤਿਗੁਰ ਕੀ ਨੰਬੜੇਰਾ, ਜਿਉਂ ਜਿਹਰੇ ਪ੍ਰੇਮ ਕਨੇਰਾ। ਬਸ ਉਸ ਦਿਨ ਮੱਥੇ ਤੇ ਐਸਾ ਹੱਥ ਰੱਖਿਆ ਕਿ ਦਿਨ ਪ੍ਰਤੀ ਦਿਨ ਮੇਰੇ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਨੇ ਭਾਈ ਲਾਲੋ ਨੂੰ ਵੱਡਾ ਹੀ ਕੀਤਾ, ਵੱਡਾ ਹੀ ਕਰਦੇ ਰਹੇ। ਜਿਵੇਂ ਜਿਵੇਂ ਭਾਈ ਲਾਲੋ ਜੀ ਆ ਕੇ ਦਰਸ਼ਨ ਕਰਦੇ ਨੇ, ਉਵੇਂ ਉਹ ਭਾਈ ਲਾਲੋ ਜੀ ਨੂੰ ਹੋਰ ਬਰਕਤਾਂ ਮਿਲਦੀਆਂ ਨੇ, ਹੋਰ ਵੱਡੇ ਹੁੰਦੇ ਨੇ। ਏਕ ਦਿਵਸ ਗੁਰੂ ਹੋਏ ਕਿਰਪਾਲੂ, ਲਾਲੂ ਕੋ ਬਖਸ਼ੀਸ਼ ਵਿਸਾਲੂ। ਬਸ ਹੁਣ ਭਾਈ ਲਾਲੂ ਜੀ ਵੀ ਭਾਈ ਪਾਰੋ ਜੀ ਦੀ ਤਰ੍ਹਾਂ 2-4 ਦਿਨ ਘਰ ਰਹਿਣਾ, ਫਿਰ ਗੁਰੂ ਸਾਹਿਬ ਦੇ ਦਰਸ਼ਨ ਕਰਨਾ ਜਾਣਾ, ਔਰ ਕਈ ਦਿਨ ਰਹਿ ਕੇ ਇੱਥੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ, ਗੁਰੂ ਸਾਹਿਬ ਤੋਂ ਵਿਚਾਰ ਸੁਣਨੀ, ਲੰਗਰ ਵਿੱਚ ਸੇਵਾ ਕਰਨੀ। ਇੱਕ ਦਿਨ ਭਾਈ ਲਾਲੋ ਜੀ ਤੇ ਗੁਰੂ ਸਾਹਿਬ ਜੀ ਬੜੇ ਕਿਰਪਾਲੂ ਹੋਏ। ਕਿਰਪਾ ਦੇ ਘਰ ਵਿੱਚ ਆ ਕੇ ਭਾਈ ਲਾਲੋ ਜੀ ਨੂੰ ਬੜੀ ਵੱਡੀ ਬਖਸ਼ਿਸ਼ ਦਿੱਤੀ। ਲਾਲੋ ਕੋ ਬਖਸ਼ੀਸ਼ ਵਿਸਾਲੂ, ਬੜੀ ਵੱਡੀ ਬਖਸ਼ਿਸ਼ ਕਿਹੜੀ ਜੀ? ਜੇ ਤੱਕ ਗੁਪਤ ਲੋਕ ਜਗ ਬਾਹੀ, ਦ੍ਰਿਸ਼ਟ ਨਾ ਪਰੈ ਫਿਰੈ ਸਭ ਜਾਹੀ। ਸਤਿਗੁਰੂ ਕਹਿੰਦੇ ਨੇ ਲਾਲੋ ਜੀ ਇਸ ਲੋਕ ਵਿੱਚ ਜਿੰਨੇ ਵੀ ਗੁਪਤ ਲੋਕ ਨੇ, ਇਹ ਕਹਿੰਦੇ ਕਿ ਗੁਪਤ ਰੂਹਾਂ ਨੇ, ਜਿਹੜੇ ਆਮ ਜੜੇ ਨੂੰ ਦਿਸਦੇ ਨਹੀਂ, ਨਜ਼ਰ ਨਹੀਂ ਆਉਂਦੇ, ਸੰਸਾਰ ਵਿੱਚ ਤੁਰੇ ਫਿਰਦੇ ਨੇ। ਤਿੰਨ ਸਭ ਕੋ ਗੁਰ ਤਿਸੇ ਬਣਾਇਓ, ਅਪਰ ਹੁਕਮ ਤੇ ਤਾਹੇ ਪੁਜਾਇਓ। ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਇਹ ਜਿੰਨੇ ਗੁਪਤ ਲੋਕ ਨੇ, ਗੁਪਤ ਰੂਹਾਂ ਨੇ, ਭਾਈ ਲਾਲੋ ਅੱਜ ਤੋਂ ਲੈ ਕੇ ਇਹਨਾਂ ਤੋਂ ਸਾਰਿਆਂ ਦਾ ਗੁਰੂ ਹੈ। ਇਹ ਸਾਰੇ ਤੇਰੇ ਹੁਕਮ ਦੇ ਵਿੱਚ ਰਹਿਣਗੇ। ਇਹ ਗੁਰੂ ਸਾਹਿਬ ਜੀ ਨੇ ਹੁਕਮ ਦਿੱਤਾ ਤੇ ਹੁਕਮ ਜਿਵੇਂ ਗੁਪਤ ਰੂਹਾਂ ਵਿੱਚ ਸਾਰਿਆਂ ਤੱਕ ਪਹੁੰਚ ਗਿਆ ਕਿ ਤੁਹਾਡਾ ਗੁਰੂ ਭਾਈ ਲਾਲੂ ਹੈ। ਸੰਗਤ ਗੁਪਤਨ ਕੇ ਹੋਏ ਜੇਤੇ, ਲਾਲੋ ਕੇ ਪਗ ਪੂਜੇ ਤੇਤੇ। ਹੁਣ ਗੁਪਤ ਰੂਹਾਂ ਸਾਰੀਆਂ ਮਾੜੀਆਂ ਹੀ ਨਹੀਂ ਹੁੰਦੀਆਂ, ਗੁਪਤ ਰੂਹਾਂ ਬਹੁਤੀਆਂ ਭੜਕਦੀਆਂ ਨੇ, ਮਾੜੀਆਂ ਹੁੰਦੀਆਂ ਨੇ, ਪਰ ਬਹੁਤ ਸਾਰੀਆਂ ਰੂਹਾਂ ਐਸੀਆਂ ਵੀ ਨੇ ਜਿਨ੍ਹਾਂ ਨੇ ਜੀਵਨ ਇੰਨਾ ਕਮਾਇਆ ਹੈ, ਤੇ ਜਿੰਨੀ ਜੀਵਨ ਵਿੱਚ ਕਮਾਈ ਕੀਤੀ, ਜੇ ਸਰੀਰ ਦੂਸਰਾ ਧਾਰਨ ਕਰਨਾ ਹੈ, ਉਵੇਂ ਦੇ ਕੋਈ ਬੰਦਗੀ ਵਾਲਾ, ਕੋਈ ਸਿਮਰਨ ਵਾਲਾ ਸਰੀਰ ਮਿਲੇ ਤੇ ਵਿੱਚ ਜਾ। ਹੁਣ ਸਤਿਗੁਰੂ ਜੀ ਉੱਤੇ ਕਿਰਪਾ ਕਰਦੇ ਨੇ, ਇਹ ਜਿਹੜੀਆਂ ਰੂਹਾਂ ਨੇ ਭਾਈ ਲਾਲੋ ਦੇ ਚਰਨਾਂ ਦੇ ਵਿੱਚ ਸਾਰੀਆਂ ਲਾ ਦਿੱਤੀਆਂ। ਦੂਰ ਦੂਰ ਤੇ ਆਵੇਂ ਸੇ ਮਾਨੇ ਹੁਕਮ ਦਰਸ ਕਰਤੇ, ਔਰ ਰੂਹਾਂ ਵਾਸਤੇ ਦੂਰ ਜਾਂ ਨੇੜੇ ਇਹ ਕੋਈ ਮੈਲ ਨਹੀਂ ਰੱਖਦਾ।
कि बड़े बड़े दूर तो भी रूह आउंदियां ने, भाई लालो दे आके दर्शन करदियां ने, भाई लालो दे हुक्म नूं मनदियां ने, होर किसे नूं नज़र नहीं आउंदियां। खरे आगारे करे हमेश, कहे सो करे जे काज विशेष। ये रूहां ते भाई लालो दे सामने हथ जोड़ के खड़ियां रहिंदियां ने 24 घंटे, कि कदों भाई लालो जी कोई सेवा करन, कोई सेवा दसन, कोई हुक्म करन, असीं सेवा करिए। को सहजारण को चले आवे, तोरण सो लालो दरसावें। क्योंकि ये हज़ारां कोहां तो एक सकिंट दे विच इत्थे पहुँचदियां ने, हज़ारां हज़ारां कोहां तो आके, देसां परदेसां तो आके भाई लालो जी दे दर्शन करदियां ने। जिम आयस ते माने सही, आन उपायन अरपत जोई। ते जिवें भाई लालो जी इन्हां नूं आग्या करदे ने, उपदेश दिंदे ने, उस तरह उपदेश नूं मनदे ने। और भाई लालो नूं अपना गुरु जान के भाई लालो के चरणों में भेटा भी रखते हैं। एक पठान सुदागर पहारो, पर जहाज भारत बहडारो। कहते एक पठान है जिहड़ा डल्ले पिंड विच रहिंदा है, भाई लालो दे नाल चंगा सोहना मेल जोड़ है। ये बड़ा वड्डा व्यापारी है, समुद्र विच इहदा जहाज चलता है, जहाज दे विच समान लद के परदेसां विच वेच के आउंदा है। ताको मेल सो लालू साथ, मिलत जबै बंदे जुग हाथ। कहते इस पठान सुदागर का मेल भाई लालो नाल वाहवा सी, गवांढी सी। जदों भी मिलता सी ते पठान भी जानता सी कि भाई लालो जी भजन बंदगी वाली रूह है। वो भाई लालो जी को हथ जोड़ के नमस्कार करता होंदा सी। सो समुंदर मैं बनज करंता, टापू विखै लाभ लभयंता। वो पठान कहते समुंदर के थड़े, समुंदर के विच व्यापार करता सी, एक देश तो दूसरे देश। समुंदर के विच जिहड़े छोटे छोटे टापू ने, उत्थे जाके बहुता लाभ मिलता सी, समान बेच के नफा कटदा सी। एक बेर ते जहाज फट गयो, सगल समाज बूढ़ तो भयो। कहते एक बारी परमेश्वर का ऐसा पाड़ा होया कि इस पठान का जिहड़ा जहाज वो पाट गया। ये कहते कि जहाज के विच क्योंकि बेड़ा ही है ना, उनके विचों किते पाड़ पै गया, कितों मूरी हो गई कि पानी अंदर पैना शुरू हो गया, जहाज हौली हौली डुबना शुरू हो गया, सारा समान जिहड़ा सी वो डुब गया। महा अंधेरे ते बड़ फूटा, तख्ता एक संग ते टूटा। ये जहाज टुटिया क्यों सी, फटिया क्यों सी? क्योंकि हनेरी बड़ी आई, और जदों हनेरी आउंदी फिर आप जी देखते जोर दे नाल आवे, वो बड़ा कुछ तोड़ दिंदी है, वड्डे वड्डे रुख तोड़ दिंदी है, बड़ा कुछ उड़ा के ले जाती है। हनेरी करके जहाज टुटिया सी। उस टुटे हुए जहाज का एक तख्ता जिहड़ा है, फट्टा कह लियो, उस फट्टे के उत्ते भाई लालो जिहड़ा बैठा होया, बस फट्टा ही हथ में आया। तिस पार चढ़ियो पठान बचियो तब, बाह बेग ते बहियो गयो जब। बस उस फट्टे करके फट्टे के उत्ते बह गया, फट्टा ना डुबिया, ना पठान नूं डुबण दिता। फट्टे करके पठान ते बच गया। तेज हवा के नाल फट्टा से जिहड़ा बस जिधर नूं हवा चली उधर नूं लै गया रोड पे, समान सारा डुब गया है। एक टापू मैं लग्यो सो जाए, देखियो ते ठाह नगर बसाए। वो फट्टा एक टापू के किनारे जाके लग्या। उस टापू ते ये भाई लालू, ये जिहड़ा पठान है सुदागर, ये उतरिया है। इन्हें देखिया कि इत्थे एक नगर वसिया हुआ है, पर नगर जिहड़ा बड़ा अजीब जिहा लगदा, जिवें उजाड़ ही होवे। घर भी बने ने, और घर बड़े होंदे ने कई बार जिथे कोई ना रहे, खंडरात जे बने होंदे ने। नगर भी है ते खंडर जे लगदे ने। तकते परते उतर सो गयो,
ਕਿਹ ਕੋ ਮਿਲਤਾ ਹੈ ਬੂਝਤ ਭਇਓ। ਬਸ ਉਹ ਤਖਤ ਤੇ ਉਤਰਿਆ ਕਿ ਹੁਣ ਟਾਪੂ ਆ ਗਿਆ, ਇੱਥੇ ਉਤਰਨਾ ਚਾਹੀਦਾ ਹੈ, ਇੱਥੋਂ ਤੱਕ ਆ ਗਿਆ, ਕਿਸਮਤ ਚੰਗੀ ਹੈ। ਫੱਟੇ ਦਾ ਕੀ ਪਤਾ ਹੈ। ਕਿਸੇ ਨੂੰ ਮਿਲਿਆ ਤੇ ਮਿਲ ਕੇ ਪੁੱਛਦਾ ਹੈ, ਕੌਣ ਦੇਸ਼ ਕੋ ਪੁਰ ਕੋ ਨਾਮ, ਬਸੇ ਕੌਣ ਇਹ ਥਨ ਕਰ ਧਾਮ। ਕੋਈ ਮਿਲਿਆ ਤਾਂ ਉਹਨੂੰ ਪੁੱਛਦਾ ਕਿ ਭਾਈ ਇਹ ਦੇਸ਼ ਕਿਹੜਾ ਹੈ, ਇਸ ਨਗਰ ਦਾ ਨਾਮ ਕੀ ਹੈ, ਇਸ ਨਗਰ ਵਿੱਚ ਕਿਹੜੇ ਲੋਕ ਵਸਦੇ ਨੇ, ਕਿਹੋ ਜਿਹੇ ਲੋਕ ਵਸਦੇ ਨੇ। ਗੁਪਤ ਸਕਲ ਟਾਪੂ ਤਿਸ ਬਸੈ, ਦੇਖ ਮਨੁੱਖ ਕੋ ਸੋ ਤਬ ਹਸੈ। ਜਦੋਂ ਪਠਾਨ ਨੇ ਪੁੱਛਿਆ ਉਹ ਵੇਖ ਕੇ ਕੋ ਹੱਸ ਪਿਆ। ਅਸਲ ਵਿੱਚ ਮਨੁੱਖ ਨਹੀਂ ਸੀ ਹੈ, ਉਹ ਵੀ ਗੁਪਤ ਰੂਪ ਸੀ, ਪਰ ਪਠਾਨ ਨੂੰ ਨਜ਼ਰ ਆ ਰਹੀ ਸੀ। ਉਹ ਹੱਸ ਕੇ ਕਹਿੰਦਾ ਕਿ ਇਸ ਟਾਪੂ ਤੇ ਕੋਈ ਬੰਦਾ ਨਹੀਂ ਰਹਿੰਦਾ ਭਾਈ, ਇੱਥੇ ਸਾਰੇ ਗੁਪਤ ਰੂਹ ਹੀ ਨੇ। ਉਹਨਾਂ ਰੂਹਾਂ ਨੂੰ ਜੋ ਸਮਝ ਲੈ, ਬਸ ਰੂਹਾਂ ਹੀ ਨੇ, ਚੰਗੀਆਂ ਵੀ ਨੇ ਮਾੜੀਆਂ ਵੀ ਨੇ। ਕਹਿਓ ਤਿਨਹੁ ਗੁਪਤਨ ਕੋ ਥਾਇਓ, ਤੂੰ ਮਨੁੱਖ ਕਹੋ ਕਿਤ ਤੇ ਆਇਓ। ਉਹ ਅੱਗੋਂ ਹੱਸਦਾ ਹੋਇਆ ਕਹਿੰਦਾ ਇਹ ਤੇ ਗੁਪਤ ਲੋਕਾਂ ਦੀ ਥਾਂ ਹੈ, ਗੁਪਤ ਰੂਹਾਂ ਦੀ ਥਾਂ ਹੈ। ਭਾਈ ਤੂੰ ਮਨੁੱਖ ਹੈ, ਤੂੰ ਦੱਸ ਤੂੰ ਕਿੱਥੋਂ ਆਇਆ ਹੈ। ਇਹ ਨਾ ਪੁੱਛ ਇੱਥੇ ਕੌਣ ਰਹਿੰਦੇ ਨੇ, ਨਾ ਕਿ ਤੂੰ ਦੱਸ ਤੂੰ ਕਿੱਥੋਂ ਆਇਆ ਹੈ, ਇੱਥੇ ਕਿਉਂ ਆ ਗਿਆ ਹੈ। ਤਰਸਤ ਪਠਾਨ ਬਖਾਣ ਤੇ ਹੈ, ਦੇਸ਼ ਪੰਜਾਬ ਦੂਰ ਤਹਿ ਰਹਿ। ਹੁਣ ਜਦੋਂ ਕਿਸੇ ਨੂੰ ਪਤਾ ਪੁੱਛਿਆ ਜਾਏ ਕਿ ਦੱਸੋ ਕੌਣ ਰਹਿੰਦਾ, ਕੋ ਕਵੇ ਕਿ ਇੱਥੇ ਭੂਤ ਰਹਿੰਦੇ ਨੇ, ਸਾਰੇ ਭੂਤ ਨੇ, ਮੈਂ ਵੀ ਭੂਤ ਹਾਂ ਜਾਂ ਮੈਂ ਵੀ ਉਹ ਗੁਪਤ ਆਤਮਾ। ਇਹ ਸੁਣ ਕੇ ਪਠਾਨ ਤੇ ਇੱਕਦਮ ਤਰਬਕ ਗਿਆ, ਬੜਾ ਡਰਿਆ। ਡਰਦੇ ਹੋਏ ਬੁੱਲ ਕੰਬਦੇ ਹੋਏ ਨੇ ਦੱਸਿਆ, ਕਹਿੰਦਾ ਦੂਰ ਦੇਸ਼ ਹੈ ਪੰਜਾਬ, ਜਿੱਥੋਂ ਦਾ ਮੈਂ ਰਹਿਣ ਵਾਲਾ। ਫੂਟ ਗਇਓ ਜਹਾਜ਼ ਅਬ ਮੇਰਾ, ਦੈਵ ਜੋਗ ਕਰ ਇਹ ਥਲ ਹੇਰਾ। ਹੁਣ ਇਹ ਪਠਾਨ ਕਹਿੰਦਾ ਕਿ ਮੇਰਾ ਜਹਾਜ਼ ਜਿਹੜਾ ਹੈ ਉਹ ਟੁੱਟ ਗਿਆ ਹੈ। ਜਹਾਜ਼ ਨੇ, ਉਸ ਹਵਾ ਨੇ ਜਹਾਜ਼ ਨੂੰ ਐਸਾ ਤੋੜਿਆ ਹੈ ਕਿ ਈਸ਼ਵਰ ਦੀ ਮਰਜ਼ੀ ਨੂੰ ਸਮਝ ਲਓ ਕਿ ਈਸ਼ਵਰ ਇੱਥੇ ਲੈ ਗਿਆ, ਸਮਾਨ ਸਾਰਾ ਡੋਬ ਦਿੱਤਾ, ਮੈਂ ਬਚ ਗਿਆ। ਪਰ ਨਾਲ ਹੀ ਅੰਦਰ ਅੰਦਰ ਸੋਚਦਾ ਹੁਣ ਨਹੀਂ ਬਚਦੇ, ਇੱਥੋਂ ਤੱਕ ਤੇ ਬਚ ਕੇ ਆ ਗਿਆ। ਤਬ ਗੁਪਤਨ ਪੁੱਛਿਓ ਤਿਸ ਪਾਹੀ, ਲਾਲੂ ਕੋ ਤੂੰ ਲਖੇ ਕੇ ਨਾਹੀ। ਜਦੋਂ ਪਠਾਨ ਨੇ ਕਿਹਾ ਕਿ ਦੂਰ ਪੰਜਾਬ ਦੇਸ਼ ਹੈ ਜਿੱਥੋਂ ਮੈਂ ਆਇਆ, ਡਰਦਾ ਡਰਦਾ ਕਹਿ ਰਿਹਾ ਸੀ। ਉਸ ਭੂਤ ਆਤਮਾ ਨੇ ਪੁੱਛਿਆ ਕਿ ਪੰਜਾਬ ਦੇ ਵਿੱਚ ਇੱਕ ਲਾਲੂ ਨਾਮ ਦਾ ਕੋਈ ਬੰਦਾ ਰਹਿੰਦਾ ਹੈ, ਜਾਣਦਾ, ਲਾਲੂ ਨੂੰ ਜਾਣਦਾ ਹੈ। ਸੁਣ ਪਠਾਨ ਹਰਖਿਓ ਬਚ ਕਹਿ, ਹਮ ਲਾਲੂ ਕੇ ਟਿਕੀ ਹੀ ਰਹਿ। ਇਹ ਸੁਣ ਕੇ ਜਿਵੇਂ ਪਠਾਨ ਦੇ ਸਾਹ ਦੇ ਵਿੱਚ ਸਾਹ ਆ ਗਏ, ਕਿਉਂਕਿ ਭਾਈ ਲਾਲੋ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਸੀ, ਉਹ ਨਾਮ ਸਿਮਰਨ ਵਾਲਾ ਬੰਦਾ ਹੈ। ਤੇ ਖੁਸ਼ ਹੋ ਕੇ ਕਹਿੰਦਾ ਕਿ ਕਿਹੜੀ ਵੱਡੀ ਗੱਲ ਹੈ, ਭਾਈ ਲਾਲੋ ਉਹ ਤਾਂ ਮੇਰਾ ਗੁਆਂਢੀ ਹੈ, ਬਿਲਕੁਲ ਘਰ ਦੇ ਨਾਲ ਘਰ ਹੈ, ਮੈਂ ਉਹਨੂੰ ਜਾਣਦਾ, ਚੰਗੀ ਤਰ੍ਹਾਂ ਜਾਣਦਾ। ਮਿਲ ਤਸਦੇਵ ਬੰਦਨਾ ਕਰੋ, ਬੜੋ ਸੰਤ ਭਾਓ ਸੋ ਉਰ ਧਰੋ। ਪਠਾਨ ਕਹਿੰਦਾ ਭਾਈ ਲਾਲੋ ਨੂੰ ਮੈਂ ਜਦੋਂ ਵੀ ਮਿਲਣਾ ਹੱਥ ਜੋੜ ਕੇ ਸਿਰ ਝੁਕਾ ਕੇ ਮਿਲਣਾ, ਨਮਸਕਾਰ ਕਰਨਾ ਹੈ। ਉਹ ਤਾਂ ਬੰਦਾ ਹੀ ਬੜਾ ਸੰਤ ਸੁਭਾਅ ਦਾ ਹੈ, ਬੰਦਗੀ ਕਰਨ ਵਾਲਾ ਹੈ, ਉਹਦਾ ਸੁਭਾਅ ਹੀ ਬੜਾ ਵਧੀਆ ਹੈ। ਸਾਦਰ ਤੇ ਬਿਠਾਏ ਹਿਤ ਕੀਨੋ, ਪਤਾ ਦੇਸ਼ ਨਗਰੀ ਕੋ ਲੀਨੋ। ਕਹਿੰਦੇ ਉਸ ਗੁਪਤ ਰੂਹ ਨੇ ਬੜੀ ਇੱਜ਼ਤ ਦੇ ਨਾਲ ਇਸ ਪਠਾਨ ਨੂੰ ਮੈਨੂੰ ਕੋਲ ਬਿਠਾਇਆ ਕਿ ਹੁਣ ਡਰਨ ਦੀ ਲੋੜ ਨਹੀਂ, ਤੂੰ ਕੋਲ ਬੈਠ। ਉਹ ਜਿੱਥੇ ਭਾਈ ਲਾਲੋ ਰਹਿੰਦਾ ਉਸ ਨਗਰੀ ਦਾ ਪਤਾ ਦੱਸ ਕੀ ਹੈ, ਕਿੱਥੇ ਰਹਿੰਦਾ ਹੈ। ਜਬ ਪਠਾਨ ਸਿਮਰੋ ਤੇ ਲਾਲੂ, ਦ੍ਰਿਗ ਜਗ ਲੀਨ ਉਸਾਸ ਵਿਸਾਲੂ। ਜਦੋਂ ਪਠਾਨ ਨੇ ਉਸ ਭਾਈ ਲਾਲੋ ਦਾ ਸਿਮਰਨ ਕੀਤਾ, ਭਾਈ ਲਾਲੋ ਨੂੰ ਯਾਦ ਕੀਤਾ ਕਿ ਭਾਈ ਲਾਲੋ ਤੁਹਾਨੂੰ ਇਵੇਂ ਦੇ ਲੋਕ ਵੀ ਜਾਣਦੇ, ਏਡੇ ਏਡੇ ਦੂਰ ਵੀ ਲੋਕ ਜਾਣਦੇ ਨੇ। ਇਹ ਪਠਾਨ ਭਾਈ ਲਾਲੋ ਦਾ ਸਿਮਰਨ ਕਰਕੇ, ਯਾਦ ਕਰਕੇ ਅੱਖਾਂ ਦੇ ਵਿੱਚ ਪਾਣੀ ਭਰ ਆਇਆ।
और लंबे लंबे साह लैन लग्या कि धन है भाई लालू, ये तो रब का रूप है। मेरे घर दे नाल रहिंदा मेरा गवांढी, पर मैं जानी नहीं। इसको पिख गुप्तन कर दया, क्यों रोवत पूछण को कया। ਜਦੋਂ ਪਠਾਨ ਦੀਆਂ ਅੱਖਾਂ ਵਿੱਚ ਪਾਣੀ, ਅਸਲ ਵਿੱਚ ਇਹ ਪਾਣੀ ਜਿਹੜਾ ਸੀ ਇਹ ਤੇ ਪਿਆਰ ਦਾ ਸੀ, ਸ਼ਰਧਾ ਦਾ ਸੀ। ਪਰ ਉਸ ਗੁਪਤ ਆਤਮਾ ਨੇ ਜਦੋਂ ਵੇਖਿਆ ਕਿ ਰੋਂਦਾ ਹੈ ਤੇ ਪਠਾਨ ਨੂੰ ਪੁੱਛਦੇ ਭਾਈ ਤੂੰ ਰੋ ਕਿਉਂ ਰਿਹਾ। ਤੈਨੂੰ ਕਿਹਾ ਕਿ ਹੁਣ ਤੈਨੂੰ ਡਰਨ ਦੀ ਲੋੜ ਨਹੀਂ, ਤੂੰ ਭਾਈ ਲਾਲੂ ਨੂੰ ਜਾਣਦਾ ਹੈ। ਹਮ ਲਾਲੂ ਕੇ ਸਿੱਖ ਸਭਿਆ ਹੈ, ਤਿਮ ਕਰਦੇ ਹੈ ਜਥਾ ਜਿਤ ਚਹੈ। ਇਹ ਗੁਪਤ ਆਤਮਾ ਕਹਿੰਦੇ ਅਸੀਂ ਸਾਰੇ ਭਾਈ ਲਾਲੂ ਦੇ ਸਿੱਖ ਹਾਂ, ਲਾਲੂ ਸਾਡਾ ਗੁਰੂ ਹੈ। ਭਾਈ ਤੂੰ ਦੱਸ, ਤੂੰ ਚਾਹੁੰਦਾ ਕਿ ਜਿਵੇਂ ਤੂੰ ਕਹੇਂਗਾ ਅਸੀਂ ਉਸੇ ਤਰ੍ਹਾਂ ਕਰ ਸਕਨੇ, ਸਭ ਕੁਝ ਕਰ ਸਕਨੇ ਆ, ਤੈਨੂੰ ਰੋਣ ਦੀ ਲੋੜ ਨਹੀਂ। ਕਹਿ ਪਠਾਨ ਦਿਖਾਵੋ ਲਾਲੂ, ਕਰੋ ਜੇ ਮੁਝ ਪਰ ਮਿਹਰ ਬਸਾਲੂ। ਪਠਾਨ ਹੱਥ ਜੋੜ ਕੇ ਕਹਿੰਦਾ ਜੇ ਸੱਚਮੁੱਚ ਸਭ ਕੁਝ ਕਰ ਸਕਦੇ ਹੋ ਮੇਰੇ ਤੇ ਮਿਹਰਬਾਨੀ ਕਰੋ ਕਿ ਮੈਨੂੰ ਭਾਈ ਲਾਲੂ ਦੇ ਦਰਸ਼ਨ ਕਰਾ ਦਿਓ, ਭਾਵੇਂ ਕਿ ਭਾਈ ਲਾਲੂ ਤੱਕ ਪਹੁੰਚਾ ਦਿਓ, ਘਰ ਤੱਕ ਪਹੁੰਚਾ ਦਿਓ। ਸਭ ਕੁਛ ਖੋਏ ਦੂਰ ਮੈਂ ਆਇਓ, ਦੇਸ ਪੰਜਾਬ ਚਹੋ ਅਬ ਜਾਇਓ। ਬੜੇ ਦੂਰ ਆਇਆ ਤੇ ਲਾਭ ਖੱਟਣ ਸਭ ਵਪਾਰ ਕਰਨ ਸਭ, ਪਰ ਸਾਰਾ ਕੁਝ ਇੱਥੇ ਡੁੱਬ ਗਿਆ, ਗਵਾ ਲਿਆ ਸਾਰਾ ਕੁਝ। ਹੁਣ ਮੈਂ ਚਾਹੁੰਦਾ ਦੇਸ਼ ਪੰਜਾਬ ਜਾਣਾ, ਭਾਈ ਲਾਲੂ ਜੀ ਦੇ ਕੋਲ ਜਾਣਾ ਚਾਹੁੰਦਾ। ਗੁਪਤਣ ਦੋਏ ਲਾਲ ਤਹਿ ਦੀਨੇ, ਇਹ ਲਾਲੂ ਕੀ ਭੇਟ ਸੁਕੀਨੇ। ਕਹਿੰਦੇ ਇਸ ਗੁਪਤ ਆਤਮਾ ਨੇ ਦੋ ਬੜੇ ਕੀਮਤੀ ਲਾਲ ਉਦੋਂ ਇਸ ਪਠਾਨ ਨੂੰ ਦਿੱਤੇ ਤੇ ਕੀਮਤੀ ਲਾਲ ਦੇ ਕੇ ਕਹਿੰਦੇ ਨੇ ਦੇਖੀ ਇਹ ਆਪਣੇ ਕੋਲ ਨਹੀਂ ਰੱਖਣੇ, ਇਹ ਸਾਡਾ ਗੁਰੂ ਹੈ ਲਾਲੂ ਜੀ, ਉਹਨੂੰ ਜਾ ਕੇ ਭੇਟਾਂ ਦੇਣੇ ਨੇ। ਅਪਰ ਜਵਾਹਰ ਆਪਣੇ ਹਿਤ ਲੈ ਹੋ, ਇਹ ਤੋਏ ਲਾਲੋ ਹਮ ਦਿਸ ਤੇ ਦੇਹੋ। ਕੁਛ ਬੜੇ ਕੀਮਤੀ ਜਵਾਹਰਲਾਤ ਹੋਰ ਦਿੱਤੇ ਤੇ ਪਠਾਨ ਨੂੰ ਕਹਿੰਦੇ ਤੇਰਾ ਸਮਾਨ, ਤੇਰਾ ਸਾਰਾ ਜਿਹੜਾ ਵਪਾਰ ਦਾ ਸਮਾਨ ਸੀ ਸਮੁੰਦਰ 'ਚ ਡੁੱਬ ਗਿਆ ਹੈ, ਘਬਰਾਉਣ ਦੀ ਲੋੜ ਨਹੀਂ, ਘਾਟਾ ਨਹੀਂ ਪੈਂਦਾ। ਇਹ ਜਵਾਹਰਲਾਤ ਤੂੰ ਆਪਣੇ ਕੋਲ ਰੱਖੀ, ਕੀਮਤੀ ਮੋਤੀ ਦਿੱਤੇ। ਪਰ ਇਹ ਜਿਹੜੇ ਦੋ ਲਾਲ ਨੇ ਇਹ ਸਾਡੇ ਵੱਲੋਂ ਸਾਡੇ ਗੁਰੂ ਲਾਲੂ ਜੀ ਨੂੰ ਜਾ ਕੇ ਭੇਟਾ ਦੇਣੇ ਨੇ। ਤਬ ਪਠਾਨ ਲੀਨੇ ਹਰ ਖਾਏ, ਕਹਿ ਤਿਨ ਪੁਨ ਇਸ ਦ੍ਰਿਗ ਮੁਦਵਾਏ। ਭਾਈ ਉਸ ਪਠਾਨ ਨੇ ਬੜੇ ਖੁਸ਼ ਹੋ ਕੇ ਉਹ ਲਾਲ ਵੀ ਲਏ ਤੇ ਕੁਝ ਹੀਰੇ ਜਵਾਹਰਾਤ ਜਿਹੜੇ ਆਪਣੇ ਵਾਸਤੇ ਉਹਨਾਂ ਨੇ ਦਿੱਤੇ ਉਹ ਵੀ ਲਏ। ਜਦੋਂ ਖੁਸ਼ ਹੋਇਆ ਉਸ ਆਤਮਾ ਨੇ ਕਿਹਾ ਕਿ ਹੁਣ ਭਾਈ ਅੱਖਾਂ ਬੰਦ ਕਰ, ਤੂੰ ਪੰਜਾਬ ਜਾਣਾ ਹੈ, ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ। ਗੁਪਤਨ ਸੋ ਤਤਕਾਲ ਪੁਚਾਇਓ, ਖੋਲੇ ਦ੍ਰਿਗ ਗ੍ਰਹਿ ਮਹਿ ਪਿਖੇ ਆਇਓ। ਬਸ ਉਹਨਾਂ ਗੁਪਤ ਰੂਹਾਂ ਨੇ ਅੱਖਾਂ ਬੰਦ ਕਰਦਿਆਂ ਨਾਲ ਤਤਕਾਲ ਉਸੇ ਵੇਲੇ ਪਿੰਡ ਡੱਲੇ ਵਿੱਚ ਪਹੁੰਚਾ ਦਿੱਤਾ। ਬਸ ਜਦੋਂ ਅੱਖਾਂ ਖੋਲੀਆਂ ਕਿ ਵੇਖਦਾ ਆਪਣੇ ਘਰ ਵਿੱਚ ਖੜਾ ਹੈ। ਜਾਏ ਨਾਲ ਲਾਲੂ ਕੋ ਦਏ, ਕਹਿਤ ਸੋ ਜਸ ਬਹੁ ਬੰਧਨ ਕਹੇ। ਹੁਣ ਇਹ ਘਰ ਦੇ ਵਿੱਚ ਬਾਅਦ ਵਿੱਚ ਗਿਆ, ਪਹਿਲੋਂ ਉਸੇ ਵੇਲੇ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲਿਆ, ਭਾਈ ਲਾਲੂ ਨੂੰ ਜਾ ਕੇ ਮਿਲਿਆ। ਇਹ ਦੋ ਕੀਮਤੀ ਨਾਲ ਜਾ ਕੇ ਨਾਲੇ ਭੇਟਾ ਕੀਤੇ, ਨਾਲੇ ਸਾਰੀ ਵਾਰਤਾ ਸੁਣਾਈ ਕਿ ਜਿਨ੍ਹਾਂ ਨੇ ਭੇਟ ਦਿੱਤੇ ਨੇ। ਭਾਈ ਲਾਲੂ ਦੀ ਬੜੀ ਸਿਫਤ ਕੀਤੀ, ਬੜਾ ਸ਼ੁਕਰਾਨਾ ਕੀਤਾ। ਆਪਣ ਬ੍ਰਿਤਾਂਤ ਕਹਿਓ ਪੁਰ ਨਾਹੀ, ਕਿਰਪਾ ਸੰਤ ਆਇਓ ਤੁਮ ਪਾਹੀ। ਤੇ ਆਪਣਾ ਇਹ ਸਾਰਾ ਬ੍ਰਿਤਾਂਤ, ਸਾਰੀ ਕਹਾਣੀ ਇਸ ਪਠਾਨ ਨੇ ਸਾਰੇ ਡੱਲੇ ਪਿੰਡ ਵਿੱਚ ਸਭ ਨੂੰ ਸੁਣਾਈ। ਭਾਈ ਮੈਂ ਭੁੱਲਿਆ ਰਹਿ ਗਿਆ, ਤੁਸੀਂ ਵੀ ਨਾ ਭੁੱਲੇ ਰਹਿ ਜਾਓ। ਇਹ ਭਾਈ ਲਾਲੂ ਸੰਤ ਹੀ ਨਹੀਂ, ਰੱਬ ਹੀ ਹੈ, ਰੱਬ ਦਾ ਰੂਪ ਹੀ ਹੈ। ਇਹ ਗੁਰੂ ਨੂੰ ਗੁਰੂ ਗੁਰੂ ਕਰਦਾ ਹੋਇਆ ਗੁਰੂ ਦਾ ਰੂਪ ਹੋ ਗਿਆ, ਤੁਹਾਡੇ ਪਿੰਡ ਵਿੱਚ ਆਇਆ ਹੈ। ਤੇ ਦੇਖੋ ਕਿਤੇ ਭੁੱਲ ਕੇ ਵੀ ਕੋਈ ਐਵੇਂ ਦਾ ਸ਼ਬਦ ਕੋਈ ਅਪਮਾਨ ਨਾ ਕਰ ਦਿਓ। ਲਾਲੋ ਲਾਲ ਲਏ ਕਰ ਦੋਏ, ਗੁਰੂ ਟਿਕਿਆਨ ਰੱਖੇ ਤਿੰਨ ਸੋਏ। ਭਾਈ ਲਾਲੋ ਨੇ ਉਹ ਦੋਵੇਂ ਲਾਲ ਪਠਾਨ ਤੋਂ ਤਾਂ ਲੈਂਦੇ, ਪਰ ਭਾਈ ਲਾਲੋ ਕਿਉਂਕਿ ਗੁਰੂ ਦਾ ਇਹ ਕਹਿ ਲਈਏ ਕਿ ਲਾਇਕ ਬੱਚਾ ਹੈ,
और ਜਿਹੜੇ ਲਾਇਕ ਬੱਚੇ ਹੁੰਦੇ ਨੇ ਇਸੇ ਤਰ੍ਹਾਂ ਕਰਦੇ ਨੇ, ਕਿਤੋਂ ਕੁਝ ਮਿਲੇ ਔਰ ਕਈ ਵੱਡੇ ਹੋ ਕੇ ਵੀ ਸਾਰੇ ਦੇ ਸਾਰੇ ਕਮਾਈ ਜਿਹੜੇ ਲਿਆ ਕੇ ਬਾਪੂ ਦੇ ਮਾਂ ਦੇ ਹੱਥ ਤੇ ਰੱਖਦੇ ਨੇ ਕਿ ਤੁਸੀਂ ਪਾਲਿਆ ਪੋਸਿਆ ਵੱਡਾ ਕੀਤਾ, ਹੱਕ ਦੇ ਤੁਹਾਡਾ ਹੈ। ਭਾਈ ਲਾਲੋ ਜੀ ਨੇ ਦੋਵੇਂ ਨਾਲ ਕਹਿ ਦਿੱਤੇ ਕਿ ਸਤਿਗੁਰੂ ਜੀ ਇਹ ਤੁਹਾਡੀ ਭੇਟਾ ਹੈ, ਇਹ ਬਖਸ਼ਿਸ਼ਾਂ ਤੁਹਾਡੀਆਂ ਨੇ, ਤਾਂ ਭੇਟਾ ਮੈਂ ਕਿਵੇਂ ਰੱਖ ਸਕਦਾ। ਲਾਲ ਲੈ ਕੇ ਗੁਰੂ ਸਾਹਿਬ ਦੇ ਕੋਲ ਆਇਆ ਹੈ, ਗੁਰੂ ਸਾਹਿਬ ਦੇ ਚਰਨਾਂ ਵਿੱਚ ਰੱਖੇ। ਪਿਕ ਸ੍ਰੀ ਅਮਰ ਬਚਨ ਮੁਖ ਭਾਖਾ, ਨਾਮ ਰਤਨ ਹੀਰੇ ਮੈਂ ਰਾਖਾ। ਕਹਿੰਦੇ ਜਦੋਂ ਭਾਈ ਲਾਲੋ ਨੇ ਦੋਵੇਂ ਲਾਲ ਅੱਗੇ ਰੱਖ ਕੇ ਇਹ ਸਾਰੀ ਗੱਲ ਵੀ ਸੁਣਾਈ, ਬੇਨਤੀ ਵੀ ਕੀਤੀ, ਸਤਿਗੁਰੂ ਜੀ ਇਹ ਤੁਹਾਡੇ ਹੀ ਨੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਮੁਸਕਰਾਏ ਤੇ ਨਾਲੇ ਮੁਸਕਰਾ ਕੇ ਕਹਿੰਦੇ ਨੇ, ਲਾਲੋ ਅਸੀਂ ਤੇ ਆਪਣੇ ਹਿਰਦੇ ਦੇ ਵਿੱਚ ਬੜਾ ਕੀਮਤੀ, ਜਿਹਦੀ ਕੀਮਤ ਕੋਈ ਨਹੀਂ, ਉਹ ਨਾਮ ਰੂਪੀ ਰਤਨ ਰੱਖਿਆ ਹੈ, ਔਰ ਉਹ ਨਾਮ ਰੂਪੀ ਰਤਨ ਤੁਹਾਨੂੰ ਵੀ ਦਿੱਤਾ ਹੈ। ਉਹਨਾਂ ਰਤਨਾਂ ਤੋਂ ਕੀਮਤੀ ਕੋਈ ਲਾਲ ਨਹੀਂ ਹੋ ਸਕਦਾ, ਕੋਈ ਰਤਨ ਨਹੀਂ ਹੋ ਸਕਦਾ। ਔਰ ਜਿੱਥੋਂ ਤੱਕ ਇਹਨਾਂ ਲਾਲਾਂ ਦੀ ਗੱਲ ਹੈ, ਸਾਨੂੰ ਤਾਂ ਇੱਥੇ ਵੈਸੇ ਹੀ ਪਰਵਾਹ ਨਹੀਂ, ਅਸੀਂ ਤਾਂ ਆਪਣੇ ਕੋਲ ਐਡੀ ਕੀਮਤੀ ਚੀਜ਼ ਕੋਈ ਰੱਖਦੇ ਨਹੀਂ। ਇਨ ਕੋ ਜਾ ਨਦੀ ਮੋਡਾਰ, ਤਰੋ ਨਾ ਵਿਵਹਾਰੋ ਕਰ ਪਿਆਰ। ਸਤਿਗੁਰੂ ਕਹਿੰਦੇ ਨੇ, ਲਾਲੋ ਇਹਨਾਂ ਨੂੰ ਚੁੱਕ ਲੈ ਜਾ, ਆਪਣੇ ਕੋਲ ਨਾ ਰੱਖੀ, ਇਹਨਾਂ ਦੇ ਨਾਲ ਪਿਆਰ ਨਾ ਕਰੀ, ਜਾ ਕੇ ਬਿਆਸ ਨਦੀ ਦੇ ਵਿੱਚ ਸੁੱਟ ਦੇ। ਇਹ ਸਾਡੇ ਕਿਸੇ ਕੰਮ ਦੇ ਨਹੀਂ, ਤੁਹਾਡੇ ਵੀ ਕਿਸੇ ਕੰਮ ਦੇ ਨਹੀਂ। ਸਾਡੇ ਕੋਲ ਨਾਮ ਦਾ ਰਤਨ ਹੈ, ਇਹਨੂੰ ਕੀਮਤੀ ਰਤਨ ਤੇ ਕੋਈ ਲਾਲ ਕਿੱਥੋਂ ਹੋ ਜਾਏਗਾ। ਲਾਲੋ ਗੁਰ ਕੀ ਆਗਿਆ ਮਾਨੀ, ਫੈਂਕੇ ਜਾਏ ਗਹਿਰ ਜਹ ਪਾਨੀ। ਔਰ ਧੰਨ ਗੁਰੂ का ਸਿੱਖ ਵੀ, ਗੁਰੂ ਤੇ ਧੰਨ ਹੈ ਹੀ ਕਿ ਬਿਲਕੁਲ ਰਤਾ ਭਰ ਨਹੀਂ ਆਇਆ ਕਿ ਏਡੇ ਕੀਮਤੀ ਨੇ, ਇੱਕ ਅੱਧਾ ਕਿਤੇ ਨਾਲ ਮਿਲ ਜੇ ਤੇ ਇੰਨੇ ਕੋ ਕੀਮਤ ਮਿਲਦੇ, ਸਾਰੇ ਜ਼ਿੰਦਗੀ ਕੁਝ ਨਾ ਕਰੇ ਤੇ 2 ਪੀੜ੍ਹੀਆਂ ਰੱਜ ਕੇ ਖਾ ਲੈਂਦੀਆਂ। ਪਰ ਭਾਈ ਲਾਲੋ ਨੇ ਸਤ ਬਚਨ ਕਿਹਾ, ਉਹਨਾਂ ਨੂੰ ਪੱਥਰ ਹੀ ਸਮਝ ਕੇ ਕਿ ਸਾਡੇ ਲਈ ਤਾਂ ਪੱਥਰ ਹੀ ਨੇ, ਜਾ ਕੇ ਡੂੰਘੇ ਪਾਣੀ ਦੇ ਵਿੱਚ ਵਗਾ ਕੇ ਮਾਰੇ। ਸਤਿਗੁਰ ਆਰ ਗੁਰ ਸਿੱਖਣ ਕੇ ਮਹਿਮਾ ਮਹਾ ਮਹਾਨ। ਕਵੀ ਸੰਤੋਖ ਸਿੰਘ ਜੀ ਇੱਥੇ ਅਧਿਆਇ ਦੀ ਸੰਪੂਰਨਤਾ ਕਰਦੇ ਹੋਏ ਲਿਖਦੇ ਨੇ ਕਿ ਸਤਿਗੁਰੂ ਜੀ ਦੀ ਅਤੇ ਸਤਿਗੁਰੂ ਦੇ ਸਿੱਖਾਂ ਦੀ ਮਹਿਮਾ ਸਾਰੇ ਸੰਸਾਰ ਦੇ ਵਿੱਚ ਬੜੀ ਮਹਾਨ ਹੈ, ਉਦੋਂ ਵੀ ਸੀ, ਅੱਜ ਵੀ ਹੈ। ਕਿਉਂਕਿ ਗੁਰੂ ਦੇ ਹੁਕਮ ਨੂੰ ਮੰਨਣ ਵਾਲੇ, ਬੰਦਗੀ ਵਾਲੇ ਸਿੱਖ ਉਦੋਂ ਵੀ ਸਨ, ਅੱਜ ਵੀ ਨੇ। ਪਰ ਉਹ ਗੁਰੂ ਸਾਹਿਬ ਦਾ ਬਚਨ ਜ਼ਰੂਰ ਸਾਨੂੰ ਚਿੱਤੇ ਰੱਖਣਾ ਚਾਹੀਦਾ, ਬਹੁਤੇ ਨਹੀਂ। ਹੈਣ ਵਿਰਲੇ ਨਾਹੀ ਘਣੇ, ਫੈੜ ਪਕੜ ਸੰਸਾਰ ਪਰ। ਇਹ ਕਦੇ ਕੋਈ ਨਹੀਂ ਕਹਿ ਸਕਦਾ ਕਿ ਕੋਈ ਸਿੱਖ ਨਹੀਂ ਜੀ ਮਿਲਦਾ, ਕਿਉਂਕਿ ਜੇ ਗੁਰੂ ਜੁਗੋ ਜੁਗ ਅਟਲ ਹੈ, ਗੁਰੂ ਕੇ ਸਿੱਖ ਵੀ ਜੁਗੋ ਜੁਗ ਅਟਲ ਨੇ। ਜਦੋਂ ਤੱਕ ਸਾਡੇ ਗੁਰੂ ਨੇ, ਉਦੋਂ ਤੱਕ ਗੁਰੂ ਦੀ ਕਮਾਈ ਕਰਨ ਵਾਲੇ ਉਹ ਗੁਰੂ ਕੇ ਸਿੱਖ ਹੁੰਦੇ ਰਹਿਣੇ ਨੇ, ਅੱਜ ਵੀ ਨੇ। ਧੰਨ ਗੁਰੂ ਅਰ ਧੰਨ ਸਿੱਖ, ਜਗਤ ਉਦਾਹਰਣ ਵਾਣ। ਕਵੀ ਸੰਤੋਖ ਸਿੰਘ ਜੀ ਅਖੀਰਲੀ ਪੰਕਤੀ ਵਿੱਚ ਅਧਿਆਇ ਨੂੰ ਖਤਮ ਕਰਦੇ ਹੋਏ ਲਿਖਦੇ ਨੇ ਕਿ ਗੁਰੂ ਧੰਨ ਹੈ, ਗੁਰੂ ਕੇ ਸਿੱਖ ਧੰਨ ਨੇ। ਗੁਰੂ ਜਗਤ ਨੂੰ ਤਾਰਦਾ ਹੈ ਤੇ ਗੁਰੂ ਕੇ ਸਿੱਖ ਵੀ ਜਗਤ ਨੂੰ ਤਾਰਨ ਦੀ ਸਮਰੱਥਾ ਰੱਖਦੇ ਨੇ। ਉਹ ਆਪ ਤਰਦੇ ਨੇ, ਹੋਰਨਾਂ ਨੂੰ ਤਾਰ ਲੈਂਦੇ ਨੇ, ਆਪ ਜਪਦੇ ਨੇ, ਹੋਰਨਾਂ ਨੂੰ ਜਪਾਉਂਦੇ ਨੇ। ਆਪ ਜਪੈ ਅਵਰੈ ਨਾਮ ਜਪਾਵੈ। ਗੁਰੂ ਕੇ ਸਿੱਖ ਪਰਉਪਕਾਰੀ ਨੇ, ਗੁਰੂ ਧੰਨ ਹੈ, ਗੁਰੂ ਕੇ ਸਿੱਖ ਧੰਨ ਨੇ। ਔਰ ਐਸੇ ਗੁਰਸਿੱਖਾਂ ਨੂੰ ਤਾਂ ਸਤਿਗੁਰੂ ਜੀ ਨੇ ਬਾਣੀ ਦੇ ਵਿੱਚ ਇੰਨੇ ਪਿਆਰੇ ਬਚਨ ਕਹੇ ਨੇ ਕਿ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਪਾਵੇ। ਇਵੇਂ ਦੇ ਜਪਣ ਵਾਲੇ ਗੁਰਸਿੱਖ ਮਿਲ ਜਾਣ ਸਹੀ, ਉਹਨਾਂ ਦੇ ਚਰਨਾਂ ਦੇ ਧੂੜ ਮਿਲ ਜੇ, ਉਹਨਾਂ ਦੀ ਸੰਗਤ ਮਿਲ ਜੇ, ਤੇ ਸਾਡੇ ਵਰਗੇ ਪਾਪੀਆਂ ਦਾ ਵੀ ਪਾਰ ਉਤਾਰ ਹੋ ਜੇ। ਇੱਥੇ ਕਵੀ ਰਾਜ ਨੇ ਇਹ ਅਧਿਆਇ ਖਤਮ ਕੀਤਾ ਹੈ। ਅਗਲਾ ਅਧਿਆਇ ਨੰਬਰ 38 ਉਹ ਕੱਲ੍ਹ ਤੋਂ ਸ਼ੁਰੂ ਕਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ 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 ਵਾਹਿਗੁਰੂ।
ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।